ਜਿਨ੍ਹਾਂ ਫਲਾਕਾਂ ਨੂੰ ਤੁਸੀਂ ਟਾਈਲੋਸਿਨ ਦਿੱਤਾ ਹੋਏਗਾ, ਅੱਛਾ ਪ੍ਰੀਵੈਂਟਿਵ ਕੋਰਸਸ ਕਰਵਾਏ ਹੋਣਗੇ, ਉਹਨਾਂ ਫਲਾਕਾਂ ਦੇ ਵਿੱਚ ਤੁਹਾਨੂੰ H9 ਜ਼ਿਆਦਾ ਡੈਮੇਜ ਨਹੀਂ ਕਰੇਗਾ ਫਲਾਕ। ਜਿਨ੍ਹਾਂ 'ਚ ਟਾਈਲੋਸਿਨ ਨਹੀਂ ਚੱਲਿਆ ਹੋਏਗਾ ਉਹ ਫਲਾਕ H9 ਜ਼ਿਆਦਾ ਡੈਮੇਜ ਕਰੇਗਾ, ਈਵਨ ਫਲਾਕ ਵੇਚਣੇ ਪੈ ਜਾਣਗੇ। ਕਿਉਂਕਿ ਇਹ YM ਸੈਫ ਦੀ ਬੁੱਕ 'ਚ ਮੈਂ ਦੇਖਿਆ ਸੀ, ਉਹਨੇ ਕਿਹਾ ਸੀ ਕਿ ਇਨਫਲੂਐਂਜ਼ਾ ਦੀ ਡਾਈਟ ਜਿਹੜੀ ਹੈ ਨਾ ਬਰਡ ਦੇ ਅੰਦਰ, ਉਹ ਮਾਈਕੋਪਲਾਜ਼ਮਾ। ਜਦੋਂ ਮਾਈਕੋਪਲਾਜ਼ਮਾ ਨੂੰ ਬਤੌਰੇ ਡਾਈਟ ਇਸਤੇਮਾਲ ਕਰਦਾ ਹੈ, ਨਈ ਸ਼ਕਲ ਦੀਆਂ ਕਲੋਨੀਆਂ ਬਣਾਉਂਦਾ, ਮਿਊਟੇਸ਼ਨ ਕ੍ਰੀਏਟ ਕਰਦਾ। ਡਾਕਟਰ ਸਾਹਿਬ ਕੋਈ ਇਨਫੈਕਸ਼ਨ ਜਿਹੜਾ ਵਾ, ਹਾਂ ਮਤਲਬ H9 ਦੇ ਨਾਲ ਮਾਈਕੋਪਲਾਜ਼ਮਾ ਦੀ ਕੋਈ ਇਨਫੈਕਸ਼ਨ ਆ ਗਿਆ, IV ਦਾ ਵੀ ਕੋਈ ਇਨਫੈਕਸ਼ਨ ਆ ਗਿਆ, ਫਿਰ ਜ਼ਿਆਦਾ ਨੁਕਸਾਨ ਹੁੰਦਾ। ਇਸ ਲਈ ਮਾਈਕੋਪਲਾਜ਼ਮਾ ਤੋਂ ਫ੍ਰੀ ਰੱਖਣਾ ਜ਼ਰੂਰੀ ਹੈ। ਮਾਈਕੋਪਲਾਜ਼ਮਾ ਔਰ ਟਾਈਲੋਸਿਨ ਤੋਂ ਇਲਾਵਾ ਸਰ ਮੈਂ ਨਹੀਂ ਦੇਖਿਆ ਕੋਈ। ਈਵਨ ਟਾਈਮੋਟੀਨ ਵੀ ਮੈਂ ਯੂਜ਼ ਕਰਕੇ ਦੇਖੀ, ਨਹੀਂ। ਟਾਈਮੋਲਿਨ ਇਹ ਮੈਂ ਕੀਤੀ ਸੀ ਗਾਲਬਨ ਜਦੋਂ ਇਹ ਲੈ ਕੇ ਆਈ ਸੀ ਕੰਪਨੀ ਸੀਬਾਗਾਈ ਦੀ, ਬਹੁਤ ਪੁਰਾਣੀ ਗੱਲ ਹੈ, 20 ਸਾਲ ਪਹਿਲੇ ਦੀ। ਸਾਨੂੰ ਉਹ ਸਹੀ ਤੇ ਰਹੀ ਹੈ ਟਾਈਮੋਲਿਨ, ਲੇਕਿਨ ਉਹਦੇ ਵਿੱਚ ਤੁਹਾਨੂੰ ਪਤਾ ਹੀ ਉਹ ਆਈਨੋਫੋਰ ਦਾ ਬੜਾ ਚੱਕਰ ਹੈਗਾ। ਉਹ ਆਈਨੋਫੋਰ ਦੇ ਨਾਲ ਉਹਦਾ ਐਂਟਾਗੋਨਿਜ਼ਮ ਹੈ ਨਾ, ਫੀਡ ਚ ਆਈਨੋਫੋਰ ਲੈਮ ਹੋ ਜਾਂਦੇ ਆ, ਆਈਨੋਫੋਰ ਹੁੰਦਾ, ਸਾਰਾ ਬਰਡ ਲੈਮ ਹੋ ਜਾਂਦਾ। ਹਾਂ ਨਹੀਂ, ਇਸ ਲਈ ਟਾਈਲੋਸਿਨ ਇਜ਼ ਅ ਡਰਗ ਆਫ ਚੋਇਸ। ਤੇ ਡਾਕਟਰ ਸ਼ੁਰੂ ਦੇ ਦਿਨਾਂ 'ਚ ਅਸੀਂ ਹੁਣ ਟ੍ਰਾਈਬਰਸਨ ਪਾ ਰਹੇ ਹਾਂ, ਟ੍ਰਾਈਬਰਸਨ ਜਮਾ ਐਨਰੋ, ਠੀਕ ਹੈ ਨਾ? ਟ੍ਰਾਈਬਰਸਨ ਜਮਾ ਐਨਰੋ ਨਾਲ ਹੋਣਾ, ਹਾਂ ਹਾਂ। ਅਗਰ ਟ੍ਰਾਈਬਰਸਨ ਦੇ ਨਾਲ ਤੁਸੀਂ CTC ਨਿਓਮਾਈਸਿਨ ਇਸਤੇਮਾਲ ਕਰ ਲਵੋ, ਕਨਫਰਮ ਸਾਲਮੋਨੈਲਾ ਕੀ ਤਿੰਨੇ ਨਾ, CTC ਔਰ ਟ੍ਰਾਈਬਰਸਨ। ਅੱਛਾ, ਹਾਂ ਬਹੁਤ ਕੰਬੀਨੇਸ਼ਨ, ਬਹੁਤ ਅੱਛਾ ਕੰਬੀਨੇਸ਼ਨ ਬਣ ਜਾਂਦਾ ਜੇ। ਅਗਰ ਦੇਖਦੇ ਹੋ ਕਿ ਜ਼ਿਆਦਾ ਜ਼ਰੂਰਤ ਹੈ ਤੇ ਫਿਰ ਨਾਲ ਨਿਓਮਾਈਸਿਨ ਵੀ ਨਾਰਮਲ ਡੋਜ਼। ਪਹਿਲੇ ਦਿਨ ਨਿਓਮਾਈਸਿਨ ਨਾ ਦੇਖੀਏ, ਕੋਈ ਮਸਲਾ ਨਹੀਂ ਹੈਗਾ, ਕੋਈ ਜ਼ਰੂਰਤ। CTC ਔਰ ਟ੍ਰਾਈਬਰਸਨ ਇਕੱਠੀ ਦੇਣੀ ਹੈ, CTC ਟ੍ਰਾਈਬਰਸਨ ਜਾਂ ਅਲੱਗ ਦੇਣੀ? ਇੱਕੋ ਪਾਣੀ 'ਚ CTC 20% ਦੀ ਡੋਜ਼ ਇੱਕ ਰੱਖ ਲਈਏ, ਇੱਕ ਜਾਂ ਡੇਢ ਕਰ ਲਈਏ, ਇੱਕ ਤੇ ਟ੍ਰਾਈਬਰਸਨ ਦੀ ਕਾਫੀ ਹੈ, ਟ੍ਰਾਈਬਰਸਨ ਦੀ 1-2 ਨਹੀਂ 1-4 ਪੂਰਾ ਕੰਮ ਕਰੇਗੀ ਇਨਸ਼ਾਅੱਲਾ। ਅਸੀਂ ਤੇ 1-2 ਰੱਖੀਏ ਸਰ, 1-4 ਚ ਕਰੇਗੀ ਕੰਮ। ਇੱਕ ਡਾਕਟਰ ਸਾਹਿਬ 1-2 ਅਸੀਂ ਕੀਤੀ ਤੇ ਅਸੀਂ 3 ਦਿਨ ਕਰਦੇ ਹੈਗੇ ਆ, ਤੁਸੀਂ ਵੀ 5 ਦਿਨ ਕਰਦੇ ਹੋ ਨਾ? ਨਹੀਂ, ਤੁਸੀਂ ਉਹਨੂੰ ਨਾ 1-4 ਚ ਰੱਖੋ, 3 दिन। ऐसे ये नहीं कि हम बॉडी वेट निकालें उसका और 3 दिन में पूरी हो जाए बॉडी वेट। ਬੋਡੀ ਵੇਟ ਦੇ ਹਿਸਾਬ ਨਾਲ ਗੱਲ ਪ੍ਰੋਬਲਮ ਹੋ ਆ ਜਾਂਦੀ ਹੈ ਕਿ ਉਹ ਅੰਡਰਡੋਜ਼ ਹੋ ਜਾਂਦੀ ਹੈ। ਕਿਵੇਂ ਰਹਿ ਜਾਂਦੀ ਅੰਡਰਡੋਜ਼? ਡਿਫਰੈਂਟ এনवायरमेंटल ਫੈਕਟਰਸ ਨੇ, pH ਪਾਣੀ ਦੀ ਕੁਝ ਪੋਰਸ਼ਨ ਨੂੰ ਘਟਾ ਦੇਵੇਗੀ, ਕਿਸੇ ਬਰਡ ਨੇ ਘੱਟ ਪੀਤਾ ਪਾਣੀ, ਕਿਸੇ ਨੇ ਜ਼ਿਆਦਾ ਪੀਤਾ, ਬਿਲਕੁਲ ਲੈਵਲ ਤੇ ਹੁੰਦੀ ਹੈ ਬੋਡੀ ਵੇਟ ਦੇ ਹਿਸਾਬ ਨਾਲ ਕੈਲਕੂਲੇਟ ਕਰਨੇ ਆ। ਇਹ ਜਿਹੜੀ ਅਸੀਂ ਦਿੰਦੇ ਆ ਨਾ, ਇੱਕ ਬੋਡੀ ਵੇਟ ਤੋਂ ਜ਼ਿਆਦਾ ਹੁੰਦੀ ਹੈ, ਜ਼ਿਆਦਾ। ਤੇ ਡਾਕਟਰ ਸਾਹਿਬ ਹੁਣ ਜਿਹੜੇ ਤੁਸੀਂ ਫਲਾਕ ਵਿਜ਼ਿਟ ਕਰ ਰਹੇ ਹੋ, ਹਾਂ, ਉਹਨਾਂ ਦੇ ਵਿੱਚ ਕੋਈ ਸਾਨੂੰ ਦੱਸੋ ਕਿੱਦਾਂ ਮਤਲਬ ਕਿ FCR ਨੂੰ ਬਿਹਤਰ ਅਸੀਂ ਕਰ ਸਕਦੇ ਹਾਂ ਜੀ? ਬੇਸਿਕ ਟਿਪਸ ਆਹੀ ਨੇ ਜਿਹੜੀ ਸ਼ੁਰੂ ਜੀ ਉਹਦੀ ਵਿਲਾਈ ਦੀ ਡਿਵੈਲਪਮੈਂਟ ਅੱਛੀ ਕਰਵਾਓ। ਸ਼ੁਰੂ 'ਚ ਵਿਲਾਈ ਦੀ ਡਿਵੈਲਪਮੈਂਟ ਯੂਨੀਫਾਰਮ ਹੈਗੇ ਕਿ ਵਿਲਾਈ ਦੀ ਜਿਹੜੀ ਡਿਵੈਲਪਮੈਂਟ ਹੈ ਨਾ ਬਰਡ ਦੇ ਵਿੱਚ, ਉਹ ਮੈਂ ਕਿਹਾ ਕੋਈ ਆਪਣਾ ਅੰਡੇ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ, ਕੋਈ 3-4 ਦਿਨ ਉਹਨੂੰ ਤੁਸੀਂ ਐਨਕਰੇਜ ਕਰੋ। ਹਾਂ, ਦੂਸਰੇ ਇੱਕ ਹੋਰ ਮੈਥਡਸ ਨੇ ਉਹਨੂੰ ਐਨਕਰੇਜ ਕਰਨ ਦੇ। ਯੀਸਟ ਜਿਹੜੀ ਹੈ, ਹਾਂ ਯੀਸਟ ਦਾ ਇਸਤੇਮਾਲ ਡੇ ਫਸਟ ਤੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਅਗਰ ਡਿਫਰੈਂਟ ਯੀਸਟ ਦਾ ਮੈਂ ਦੇਖਿਆ ਪੋਜ਼ਿਟਿਵ ਇੰਪੈਕਟ ਹੈ। ਪਾਣੀ ਵਾਲੀ ਵੀ ਯੀਸਟ ਕੋਈ ਹੈ? ਪਾਣੀ ਵਾਲੀ ਨਹੀਂ, ਮੈਨੂੰ ਫੀਡ ਵਾਲੀ। ਤੇ ਤੁਹਾਡੀ ਜਿਹੜੀ ਇਹ ਟੌਕਸਨ ਬਾਈਂਡਰ ਪਾਣੀ ਵਾਲਾ, ਉਹ ਬੇਸਿਕਲੀ ਉਹ ਤੇ ਜਾ ਕੇ ਕਰੇਗਾ ਲੀਵਰ ਦੇ ਕੰਮ। ਟੌਕਸਨ ਬਾਈਂਡਰ ਤੁਸੀਂ ਫੀਡ ਵਾਲਾ ਹੀ ਪਾਓ, ਜਿਹੜਾ ਕਿ ਇੰਟੈਸਟਾਈਨ ਦੇ ਵਿੱਚ ਹੀ ਜਦੋਂ ਸੋਲੂਸ਼ਨ ਬਣਨਾ ਉੱਥੇ ਹੀ ਉਹਨੂੰ ਬਾਈਂਡ ਕਰਕੇ ਬਾਹਰ ਕੱਢ ਦੇਵੇ। ਉਹ ਤਾਂ ਡੈਮੇਜ ਕਰਦਾ ਗਿਆ ਨਾ, ਫਿਰ ਇੰਟੈਸਟਾਈਨ ਨੂੰ ਡੈਮੇਜ ਕਰਕੇ ਅੱਗੇ ਨਿਕਲ। ਯੀਸਟ ਵੀ ਤਾਂ ਡਾਕਟਰ ਸਾਹਿਬ ਮੁxtਲਫ ਕਿਸਮ ਦੀ ਹੈ ਨਾ, ਕੋਈ ਹਾਂ ਯੀਸਟ ਸਪੈਸੀਫਿਕ ਹੈ ਸਾਰਿਆਂ। ਡਾਕਟਰ ਸਾਹਿਬ ਉਹ ਡਿਫਰੈਂਸ਼ੀਅਲ ਡਾਇਗਨੋਸ ਕਿੱਦਾਂ ਕਰਨਾ? ਇੱਕ ਦੱਸਿਆ ਇਹ ਮਸਕੂਲਰ ਹਾਰਡ ਹੋ ਜਾਂਦਾ ਉਹਦਾ ਪ੍ਰੋਬਲਮ ਹਾਰਡ ਮੈਂ ਹਾਂ ਮਾਈਕੋਟੌਕਸਿਨ 'ਚ ਨੰਬਰ 2 ਡਾਕਟਰ ਸਾਹਿਬ ਹਾਂ ਲੀਵਰ। ਲੀਵਰ ਪਹਿਲੀ ਸਟੇਜ ਤੇ ਉਹ ਹੋਏਗਾ, ਥੋੜਾ ਕਲਰ ਫੇਂਟ ਹੋਏਗਾ ਉਸਦਾ, ਨਹੀਂ ਇਹਦੇ 'ਚ
ਮਾਈਕੋਟੌਕਸਿਨ। ਨੈਕਸਟ ਸਟੇਜ 'ਚ ਹੋਏਗਾ ਕਿ ਇਹਦੇ ਜਿਹੜੇ ਐਜਸ ਹੋਣਗੇ ਨਾ ਇੱਥੇ ਲੈ ਆਓ ਉਹ ਜ਼ਿਆਦਾ ਡਿਸਕਲਰ ਹੋ ਜਾਣਗੇ। ਤੀਸਰੀ ਚੀਜ਼ ਲਿਵਰ ਐਨਲਾਰਜਮੈਂਟ ਹੋਏਗੀ ਔਰ ਪੇਲ ਕਲਰ ਆਏਗਾ ਹਲਕਾ ਜਿਹਾ ਯੈਲੋਇਸ਼, ਜਦੋਂ ਫੈਟੀ ਡੀਜਨਰੇਸ਼ਨ ਦੇ ਕਰੀਬ ਕਰੀਬ ਚਲਾ ਜਾਏਗਾ। ਫਿਰ ਜਦੋਂ ਫੁੱਲ ਫੈਟੀ ਡੀਜਨਰੇਸ਼ਨ ਹੋ ਜਾਏਗੀ ਉਸ ਵਕਤ ਤਾਂ ਕਲੀਅਰ ਨਜ਼ਰ ਆ ਜਾਏਗਾ ਕਿ ਇਹ ਲਿਵਰ ਫੈਟੀ ਡੀਜਨਰੇਸ਼ਨ ਹੈ। ਜਦਕਿ ਸਾਲਮੋਨੈਲਾ 'ਚ ਫੈਟੀ ਡੀਜਨਰੇਸ਼ਨ ਨਹੀਂ ਹੁੰਦੀ, ਉਹਦੇ 'ਚ ਡਾਰਕ ਕਲਰ ਹੋਏਗਾ, ਬ੍ਰਾਊਨਸ ਕਲਰ ਹੋਏਗਾ, ਬ੍ਰਾਊਨਸ ਕਾਂਸੀਨੁਮਾ ਭਾਫ ਮਾਰੇਗਾ, ਜਦੋਂ ਉਹਨੂੰ ਧੁੱਪ ਦੇ ਵਿੱਚ ਚਮਕਾਓਗੇ ਨਾ ਉਹ ਚਮਕ ਦੇਵੇਗਾ। ਦੂਸਰੀ ਚੀਜ਼ ਸਾਲਮੋਨੈਲਾ 'ਚ ਕਿਡਨੀ ਜਿਹੜੇ ਨੇ ਉਹ ਡਾਰਕ ਕਲਰ 'ਚ ਚਲੇ ਜਾਂਦੇ। ਮਾਈਕੋਟੌਕਸਿਨ 'ਚ ਕਿਡਨੀ ਡਿਸਕਲਰ ਹੋਣਗੇ ਔਰ ਕਿਡਨੀ ਦੇ ਇਰਦ ਗਿਰਦ ਜਿਹੜੀ ਫੈਟ ਆ ਉਹ ਪੀਲੀ ਹੋ ਜਾਏਗੀ, ਐਨਲਾਰਜ ਹੋ ਜਾਂਦੀ, ਬਲਜ ਆਊਟ ਹੋ ਜਾਂਦੀ। ਸਭ ਤੋਂ ਜ਼ਰੂਰੀ ਗੱਲਾਂ ਜੇ ਅੱਛਾ, ਇੱਕ ਹੋਰ ਕੇਸ ਇਹਦੇ ਨਾਲ ਮਿਲਦਾ ਜੁਲਦਾ, ਸਾਰੀ ਜ਼ਿੰਦਗੀ ਦਾ ਨਿਚੋੜ, ਸਬਜ਼ੀ ਮਾਇਲ ਸਾਰੀ ਜ਼ਿੰਦਗੀ ਦਾ ਨਿਚੋੜ ਹੈ। ਮਟੀਰੀਅਲ ਆਏਗਾ ਬਿੱਠ ਦੇ ਵਿੱਚ। ਬੇਟਾ ਜੀ ਦੀ ਲੀਵਰ ਵੀ ਸਬਜ਼ੀ ਕਲਰ ਸਬ ਹਾਂ ਕਲਰ ਦਾ ਹੋ ਜਾਂਦਾ ਹੈ। ਉਹ 2-3 ਕੇਸਿਸ 'ਚ ਮੈਂ ਉਹ ਤੇ ਦੇਖਿਆ। ਆਫ ਚ ਹੁੰਦਾ ਨਾ। ਨਹੀਂ, ਸਾਲਮੋਨੈਲਾ 'ਚ ਵੀ ਮੈਂ ਦੇਖਿਆ, ਸਾਲਮੋਨੈਲਾ 'ਚ ਵੀ ਹੋਇਆ, ਸਾਲਮੋਨੈਲਾ ਠੀਕ ਹੋ ਜਾਂਦਾ ਹੈ, ਇਸ ਤਰ੍ਹਾਂ ਦਾ ਲੀਵਰ ਨਾਲ ਸਾਲਮੋਨੈਲਾ ਟ੍ਰੀਟਮੈਂਟ ਸਾਲਮੋਨੈਲਾ 'ਚ ਹੁੰਦਾ। ਔਰ ਦੂਸਰਾ ਬਾਜ਼ ਬਾਤ ਡਰਗ ਟੌਕਸਿਸਿਟੀ 'ਚ ਵੀ ਹੁੰਦਾ। ਮੈਂ ਕਈ ਦਫਾ ਦੇਖਿਆ ਡਰਗ ਟੌਕਸਿਸਿਟੀ 'ਚ ਵੀ ਉਹ ਲਿਵਰ ਹੁੰਦਾ ਹੈ। ਮਤਲਬ ਕੀ ਹੋ ਜਾਂਦਾ ਵਾ, ਡਰਗ ਜ਼ਿਆਦਾ ਤੁਸੀਂ ਡੋਜ਼ ਦੇ ਉਹਦੇ ਨਾਲ ਹੋ ਜਾਂਦਾ ਵਾ ਐਂਡੋਟੌਕਸਿਨ, ਹਾਂਜੀ ਗ੍ਰੀਨ ਹੋ ਜਾਂਦਾ ਕਿਤੇ, ਗ੍ਰੀਨ। ਗ੍ਰੀਨ ਹੋ ਜਾਂਦਾ। ਅੱਛਾ, ਯਾਦ ਆਇਆ ਇਹਦੇ ਇਹਦੇ 'ਚ ਗੁਰਦਿਆਂ ਤੋਂ ਤੁਹਾਨੂੰ ਦੱਸਦਾ ਵਾ ਕਿਡਨੀ ਤੋਂ ਦੱਸ ਰਿਹਾ ਸੀ ਮੈਂ, ਡਿਸਕਲਰ ਹੋ ਜਾਂਦੇ ਟੌਕਸਿਨ ਵਿੱਚ। ਔਰ ਕਿਡਨੀ 'ਚ ਇੱਕ ਹੋਰ ਕੇਸ ਹੁੰਦਾ ਮਾਈਕੋਟੌਕਸਿਨ ਦੇ ਨਾਲ। ਕਿਡਨੀ ਸਵੈਲਿੰਗ ਕੀ ਚੀਜ਼ ਹੈ ਇਹਦੇ ਚ? ਲੀਵਰ ਹੈ ਨਾ ਜੀ? ਹਾਂਜੀ ਬਿਲਕੁਲ ਇਹ ਟਿਪੀਕਲ ਜੀ ਇਹ ਸਾਲਮੋਨੈਲਾ। ਅੱਛਾ ਸਾਲਮੋਨੈਲਾ ਟ੍ਰੀਟਮੈਂਟ ਕਰੋਗੇ ਇਨਸ਼ਾਅੱਲਾ ਠੀਕ ਹੋ ਜਾਏਗਾ। ਅੱਛਾ ਡਾਕਟਰ ਸਾਹਿਬ ਸਾਲਮੋਨੈਲਾ ਦਾ ਹੋਰ ਦੱਸੋ। ਲੀਵਰ ਤੋਂ ਮੈਂ ਕਿਤੇ ਬ੍ਰਾਊਨਸ ਹੋ ਗਿਆ, ਹਾਂਜੀ, ਹੋਰ ਕੀ ਹੈ? ਹੋਰ ਮੈਂ ਦੱਸੀਏ ਬੱਚਿਆਂ ਨੂੰ ਅਲਾਮਤਾਂ। ਸ਼ੁਰੂ ਦੇ ਵਿੱਚ ਜਿਹੜਾ ਜੇ ਮੈਂ ਇਹਨਾਂ ਨੂੰ ਲੱਤਾਂ ਦੀ ਬਣਾਵਟ ਦੱਸੀ ਹੈ, ਹਾਂ ਉੱਥੋਂ ਪਤਾ ਚੱਲੇਗਾ। ਉੱਥੋਂ ਪਤਾ ਚੱਲੇਗਾ। ਫਿਰ ਕਿਡਨੀ ਦੇ ਨਾਲ ਨਾਲ ਯੂਰੇਟਸ ਦੀ ਲਾਈਨ ਹੈ, ਹਾਂ, ਉੱਥੋਂ ਉਦੋਂ ਪਤਾ ਚੱਲੇਗਾ। ਫਿਰ ਲਿਵਰ ਜਿਹੜਾ ਵਾ ਉਹ ਵੀ ਇੰਡੀਕੇਟ ਕਰੇਗਾ, ਯਾਨੀ ਇੱਕ ਕਾਫੀ। ਹਾਂ, ਫਿਰ ਡਿਊਡੀਨਲ ਲੂਪ ਜਿਹੜੀ ਆ ਹਾਈਪਰੀਮਿਕ ਹੋਏਗੀ, ਡਿਊਡੀਨਲ ਲੂਪ ਹਾਈਪਰੀਮਿਕ ਹੋਏਗੀ, ਬਹੁਤ ਜ਼ਿਆਦਾ ਬਾਹਰੋਂ ਹੀ ਨਜ਼ਰ ਆ ਜਾਏਗੀ, ਬਾਹਰੋਂ ਹੀ ਨਜ਼ਰ ਆ ਜਾਏਗੀ। ਤੇ ਡਾਕਟਰ ਸਾਹਿਬ ਜਿਹੜੀ ਲਿਵਰ ਆ ਉੱਤੇ ਵੀ ਧਾਰੀ ਧਾਰੀ ਜੀ ਹੋਏਗੀ, ਇਦਾਂ ਦੀ ਇੱਕ ਲਾਈਨ ਚੱਲਦੀ ਹੈਗੀ ਹੈ। ਬ੍ਰੌਨਜ਼ ਕਲਰੇਸ਼ਨ ਉਹ ਲਾਜ਼ਮੀ ਨਹੀਂ ਹੈ। ਅਕਸਰ ਜਗ੍ਹਾ ਤੇ ਜਿੱਥੇ ਇੰਪਰੋਲੀਅਮ ਚੱਲੀ ਹੈ ਨਾ, ਇਮਿਊਨੋ ਸਪਰੈਸ਼ਨ ਹੋਇਆ ਬਰਡਨ ਤੇ ਇੰਪਰੋਲੀਅਮ ਚੱਲ ਗਈ ਹੈ, ਉੱਥੇ ਐਂਟੀ ਫਲੇਅਰ ਅਪ ਹੋ ਗਈ। ਸਾਡੇ ਹਿਸਾਬ ਨਾਲ ਤਾਂ ਐਮਬ੍ਰੋਲੀਅਮ ਮੈਂ ਹੁੰਦੀ ਹੈ, ਥਿਓਰੈਟਿਕਲੀ ਸੇਫ ਹੈ। ਮੈਂ ਕਿਸੇ ਬੁੱਕ 'ਚ ਵੀ ਇਹਦੀ ਟੌਕਸਿਸਿਟੀ ਨਹੀਂ ਦੇਖੀ, ਹਾਂ ਲੇਕਿਨ ਪ੍ਰੈਕਟੀਕਲੀ ਮੈਂ ਦੇਖੀ ਹੈ ਡਾਕਟਰ ਸਾਹਿਬ, ਔਰ ਇੱਕ ਨਹੀਂ ਕੇਸ, ਕਈ ਕੇਸਾਂ 'ਚ ਦੇਖੀ। ਵੈਸੇ ਇਹਦੇ ਨਾਲ ਇਤਫਾਕ ਨਹੀਂ ਕੀਤਾ ਜਾ ਸਕਦਾ ਵੀ ਮੈਂ ਦੇਖਿਆ ਹੈ। ਬਹੁਤ ਮਤਲਬ ਕਿ ਜਦੋਂ ਐਂਡੀ ਆਈ ਹੋਵੇ ਨਾ ਡਾਕਟਰ ਸਾਹਿਬ, ਮੈਂ ਐਮਬ੍ਰੋਲੀਅਮ ਦਿੰਦਾ ਹੈਗਾ ਤਾਂ ਕਿ ਬਲਡ ਸਹੀ ਹੋ ਜਾਂਦਾ ਹੈ। ऑब्जर्वेशन है। लेकिन ਤੁਸੀਂ ਕਹਿੰਦੇ ਹੋ ਕਿ ਜ਼ਿਆਦਾ ਦਬੋ ਵਾਲੀ ਲੋ ਕਾਸ ਦਬੋ, टोटल तो देने के हिसाब ਨਾਲ ਹੈ 2.5 cc 1 ਲੀਟਰ। ਨਹੀਂ ਅਗਰ ਬਰਡ ਨੂੰ ਕੋਕਸੀ ਨਹੀਂ ਹੈਗੀ, ਸਿੰਪਲ ਮਤਲਬ ਕਿ ਐਵੇਂ ਸਿੱਕਾ ਹੀ ਥੋੜੇ ਬਹੁਤੇ ਬਬਲਸ ਹੈਗੇ ਨੇ ਜੀ, ਉਹ ਫੁੱਲੇ ਨੇ, फिर भी 2.5 cc 1 ਲੀਟਰ ਹੀ ਦਿਓ ਤਾਂ ਕਿ ਮੈਚੁਰ ਔਰ ਦਿਨੇ ਦੋ ਦਿਨ ਹੀ ਹੈ। ਦੋਨੋਂ ਫਰਕ 3 ਦਿਨ 8 ਘੰਟੇ ਸਿਰਫ 2 ਦਿਨ ਨਹੀਂ ਕੰਮ ਬਣ ਜਾਏਗਾ। 3 ਦਿਨ ਮੈਂ ਤੁਸੀਂ ਡੋਜ਼ਾ ਜ਼ਿਆਦਾ ਇਸਤੇਮਾਲ ਕਰਦੇ ਹੋ, ਹੈ। ਸਾਨੂੰ ਕਹਿੰਦੇ ਜੀ? ਡੋਜ਼ਾ ਮੈਂ ਕਿਹਾ ਤੁਸੀਂ ਵੀ ਜ਼ਿਆਦਾ हाँ ਇਸਤੇਮਾਲ कई ਕਰਦੇ ਹੋ। कई केसेस ਤੇ ਯਾਰ ਇਦਾਂ क्योंकि ਕਰੀਏ कॉक्सी मौत है फलाक ਓਏ ਕੋਕਸੀ ਸਭ ਤੋਂ ਵੱਡਾ ਲੋਨਦਾਸ ਜਿਹੜਾ ਪੂਰਤੀ ਦਾ ਕੀਤਾ ਨਾ ਇਕਨੋਮਿਕ ਲਾਸ, कॉक्सी ਇੱਕ ਤੁਹਾਡੀ ਰਿਪੋਰਟ क्योंकि ਆਈ ਸੀ ਅਮਰੀਕਾ ਇਹ ਦੀ। ਪ੍ਰੀਡਿਸਪੋਜ਼ ਕਰ ਦਿੰਦੀ ਹੈ ਦੂਸਰੇ ਬੈਕਟੀਰੀਆ ਵਾਸਤੇ, ਹਾਂ ਮਾਹੌਲ ਬਣਾ ਦਿੰਦੀ ਹੈ। ਮੋਲ ਬਣਾਉਂਦੀ ਹੈ। ਇਕਨੋਮਿਕ ਲਾਸ ਡਾਕਟਰ ਸਾਹਿਬ ਬਹੁਤ ਹੋਇਆ, ਅਰਬਾਂ ਖਰਬਾਂ ਰੁਪਏ ਦਾ ਨੁਕਸਾਨ ਹੋਇਆ। ਇਸ ਲਈ ਮੈਂ ਇਹਨੂੰ ਟੋਟਾ ਦਰੋਲ ਤੋਂ ਥੱਲੇ ਹੱਥ ਹੀ ਨਹੀਂ ਪਾਉਂਦਾ। ਚਲੋ ਜੀ ਅੱਜ ਹੁਣ ਤੁਸੀਂ ਸ਼ਬਾਜ਼ ਸਾਹਿਬ ਨੂੰ ਕਹਿਣਾ ਡਾਕਟਰ ਸਾਹਿਬ ਲਿਖਿਓ ਜ਼ਰਾ, ਤਾਂ ਆਪਾਂ 100 ਲੀਟਰ ਜਿਹੜੀ ਨਾ ਉਹ ਮੰਗਵਾਉਣੀ ਹੈਗੀ ਨੋ ਕਾਪਸ, ਆਪਾਂ ਟ੍ਰਾਇਲ ਚਲਾਉਣਾ ਹੈ। ਇਹ ਪਤਾ ਨਹੀਂ ਡਾਕਟਰ ਸਾਹਿਬ 8 ਹੀ ਕਿਹਾ ਨਾ ਤੁਸੀਂ, 8 ਘੰਟੇ ਕਾਫੀ। ਜੇਕਰ ਤੁਸੀਂ ਕਿਹਾ 3 ਦਿਨ, ਤਿੰਨ ਤੇ ਅਗਰ ਅਸੀਂ ਇਦਾਂ ਕਰ ਲਈਏ 12 ਘੰਟੇ 3 ਸੀਸੀ ਦੇ ਦਈਏ, 2 ਦਿਨ ਦੇ ਦਈਏ, ਸੈਟ ਨਾ ਰਹਿ ਜਾਏਗਾ। ਨਹੀਂ 8 ਘੰਟੇ ਤੇ 3 ਦਿਨ, ਅੱਛਾ 3 ਦਿਨ ਜ਼ਰੂਰ।
ਚਲੋ ਕਿਉਂਕਿ ਮੈਚੁਰ ਔਰ ਇਮੈਚੁਰ ਦੋਨੋਂ ਮਾਰ ਰਹੇ ਹਾਂ ਉਹ ਸਾਈਕਲ ਥੋੜਾ ਸਾਈਕਲ ਟੁੱਟਣਾ ਹੀ 3 ਦਿਨ ਚ। ਹਾਂ साइकिल टूटना वायरल कंडीशन बन जाती है ना कोई सांस की, तो उसमें ये स्प्रे हम कर लेते हैं इसका कंट्रोल कर करना चाहिए। ਠੀਕ ਹੈ ਜੋ ਦੀ ਵੀ ਡਾਕਟਰ ਸਾਹਿਬ ਇੱਕ ਹੋਰ ਸੀ ਤੁਹਾਡਾ ਸਵਾਲ, ਇੱਕ ਭੁੱਖ ਵਾਲੇ ਚੂਜ਼ਾਂ ਦਾ ਵੀ ਹੋ ਗਿਆ, ਲੇਮਨੈਸ ਵਾਲਾ ਵੀ ਹੋ ਗਏ। ਲੇਮਨੈਸ ਵਾਲੀ ਗੱਲ ਕਲੀਅਰ ਹੋ ਗਈ ਜੀ? फीड मिक्स फॉर करो डॉक्टर साहब। ਹਾਂ ਫੀਡ ਚੇਂਜ ਕਰ ਲਓ ਕਿਉਂਕਿ ਉਹਦਾ ਹੱਲ ਕੋਈ ਨਹੀਂ ਹੈਗਾ। सर ये जो अभी आपने बॉक्सिंग की है, इसको हम वाशिंग के दौरान कोई डिसइंफेक्टेंट यूज कर लें। ਹਾਂ ਵਾਸ਼ਿੰਗ ਦੇ ਦੌਰਾਨ ਕੋਈ ਐਸੀ Burning. ਵਾਸ਼ਿੰਗ ਕੀਤੀ ਜਾ ਸਕਦੀ ਜਿਸ Burning. ਬਰਨਿੰਗ ਵਾਸ਼ਿੰਗ ਸਾਰੀਆਂ ਫੇਲ ਨੇ। लिटर के ऊपर भी ਬਰਨਿੰਗ ਕਰਾਈਏ ਬਰਨਿੰਗ ਤੇ ਬਰਨਿੰਗ ਸਿਲੰਡਰ ਨਹੀਂ ਕਰਨੀ ਨਾ। ਸਿਲੰਡਰ ਬਰਨਿੰਗ ਤੋਂ ਇਲਾਵਾ ਇਹਦਾ ਕੋਈ ਹੱਲ